ਹਾਲੇ ਤੱਕ ਤਾਂ ਭਾਜਪਾ ਕੱਲੀ ਸਮਝ ਰਹੀ ਸੀ ਆਪਣੇ ਆਪ ਨੂੰ, ਉਹੀ ਲੀਡ ਕਰ ਰਹੀ ਸੀ। ਪਰ ਜਿਵੇਂ ਜਿਵੇਂ 2024 ਨੇੜੇ ਆ ਰਹੀਆਂ ਚੋਣਾਂ, ਉਵੇਂ ਉਵੇਂ ਸ਼ਾਇਦ ਭਾਜਪਾ ਕਹਿੰਦੀ ਕਿ ਨਹੀਂ ਹੁਣ ਇਕੱਠੇ ਰਲ ਕੇ ਲੜਨਾ ਹੈ। ਪਹਿਲਾਂ ਭਾਜਪਾ ਨੂੰ ਇਹ ਸੀਗਾ ਕਿ ਉਹ ਨੰਬਰ 1 ਹੈ ਔਰ ਉਹਦੇ ਲੈਵਲ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਇਸ ਟਾਈਮ ਤੇ ਖੜੀ ਨਹੀਂ ਹੈ, ਨਾ ਕੋਈ ਪੋਲੀਟੀਕਲ ਲੀਡਰ ਨਰਿੰਦਰ ਮੋਦੀ ਦੇ ਆਪੋਜ਼ਿਟ ਖੜਨ ਦੀ ਹਿੰਮਤ ਰੱਖ ਸਕਦਾ। ਇਸੇ ਗੱਲ ਨੂੰ ਲੈ ਕੇ ਕੇਜਰੀਵਾਲ ਹੁਣ ਫੁੱਲ ਸਪੋਰਟ ਕਰਦੇ ਨਜ਼ਰ ਆਏ। ਅੱਜ ਉਸੇ ਤਰਜ਼ ਤੇ ਉਸੇ ਫਾਰਮੂਲੇ ਤੇ ਇੰਡੀਆ ਦਾ ਜਿਹੜਾ ਸਥਾਪਨਾ ਸਮਝ ਲਓ ਹੋ ਗਈ ਹੈ ਕਿ ਜਿਹੜਾ ਨਾਮ ਇਹਨਾਂ ਨੇ ਰੱਖਿਆ ਵਾਕਈ ਉਹ ਕਿਤੇ ਨਾ ਕਿਤੇ ਇਮੋਸ਼ਨਲ ਟੱਚ ਦੇਣ ਵਾਸਤੇ ਵੀ ਤੇ ਬੜਾ ਸੋਚ ਸਮਝ ਕੇ ਮਤਲਬ ਨਾਮ ਕੱਢ ਕੇ ਲਿਆਏ। ਕਿ ਨਾਮ 'ਚ ਕੀ ਰੱਖਿਆ, ਪਰ ਕਿਤੇ ਨਾ ਕਿਤੇ ਨਾਮ ਵਿੱਚ ਹੀ ਸਭ ਕੁਝ ਰੱਖਿਆ। ਉਹਦੇ ਆਪੋਜ਼ਿਟ ਮੈਨੂੰ ਲੱਗਦਾ ਐਨਡੀਏ ਵੀ ਖੜੀ ਨਹੀਂ ਹੋ ਪਾਏਗੀ। ਪਰ ਅੱਜ ਸਾਫ਼ ਹੋ ਗਿਆ ਕਿ ਐਨਡੀਏ ਦੀ ਜਿਹੜੀ ਅੱਜ 38 ਪਾਰਟੀਆਂ ਦੇ ਵਿੱਚ ਤਾਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਹੈ। ਸ਼ੁਰੂ ਤੋਂ ਲੈ ਕੇ ਜਦੋਂ ਦਾ ਪੰਜਾਬ ਬਣਿਆ ਉਦੋਂ ਤੋਂ ਹੀ ਇਸ ਪਾਰਟੀ ਨੂੰ ਬਹੁਤ ਬਹੁਮਤ ਮਿਲਦਾ ਆਇਆ ਸੀ ਪੰਜਾਬ ਵਿੱਚ। ਪੰਜਾਬ ਦੇ ਲੋਕ ਸੋਚਦੇ ਸੀਗੇ ਕਿ ਅਸੀਂ ਮਤਲਬ ਅਗਰ ਸਿੱਖੀ ਨੂੰ ਸਪੋਰਟ ਕਰਦੇ ਹਾਂ ਤਾਂ ਅਸੀਂ ਅਕਾਲੀ ਦਲ ਦੇ ਨਾਲ ਜਾਵਾਂਗੇ। ਪੂਰੇ ਪੰਜਾਬ ਵਿੱਚ ਜਿੱਥੇ ਅਕਾਲੀ ਦਲ ਦਾ ਓਰੀਜਨ ਹੋਇਆ ਔਰ ਜਿੱਥੇ ਦੀ ਅਕਾਲੀ ਦਲ ਮੇਨ ਪਾਰਟੀ ਸੀਗੀ ਤੇ ਉੱਥੇ ਵੀ ਉਹਨਾਂ ਦੇ ਜਿਹੜੇ ਪੈਰ ਆ ਉਹ ਡਗਮਗਾ ਗਏ। ਹੁਣ ਉਹ ਦੋਨੋਂ ਤੇ ਆਏ ਆ ਪਰ ਸੁਖਬੀਰ ਸਿੰਘ ਬਾਦਲ ਕਿਤੇ ਨਜ਼ਰ ਨਹੀਂ ਆਏ। ਤੇ ਹੋ ਸਕਦਾ ਕਿ ਜਿਹੜਾ ਨੱਡਾ ਸਾਹਿਬ ਦੀ ਜਿਹੜੀ ਸੋਚ ਆ ਉਹ ਬਦਲ ਗਈ ਹੋਵੇ। ਇੱਕ ਪਾਸੇ ਤੁਸੀਂ ਦੇਖੋ ਵੀ ਕੇਜਰੀਵਾਲ ਤੇ ਕਾਂਗਰਸ ਹੁਣ ਇਕੱਠੇ ਲੜਨਗੇ, ਯਾਨੀ ਕਿ ਪੰਜਾਬ ਦੀਆਂ 13 ਸੀਟਾਂ ਤੇ ਇੱਕ ਸਾਂਝਾ ਉਮੀਦਵਾਰ ਖੜਾ ਹੋਊਗਾ। ਉਹਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਉਸੇ ਵਾਸਤੇ ਵੋਟ ਮੰਗੇਗੀ ਤੇ ਕਾਂਗਰਸ ਵੀ ਉਸੇ ਕੈਂਡੀਡੇਟ ਵਾਸਤੇ ਵੋਟ ਮੰਗੇਗੀ। ਤੁਹਾਨੂੰ ਨਹੀਂ ਲੱਗਦਾ ਕਿ ਔਖਾ ਹੋ ਜਾਣਾ ਇੱਥੇ ਪੰਜਾਬ ਦੀ ਸਿਆਸਤ ਕਰਨੀ? ਉਹ ਉਹਨਾਂ ਦੀ ਕੋਈ ਸ਼ੌਂਕ ਨਹੀਂ ਸੀ, ਉਹ ਉਹਨਾਂ ਦੀ ਮਜਬੂਰੀ ਹੈ ਬਹੁਤ ਵੱਡੀ। ਕਿਸੇ ਇੱਕ ਪੋਲੀਟੀਕਲ ਲੀਡਰ ਦੀ ਜਾਂ ਇੱਕ ਪੋਲੀਟੀਕਲ ਪਾਰਟੀ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਨਰਿੰਦਰ ਮੋਦੀ ਦੇ ਆਪੋਜ਼ਿਟ ਖੜੇ ਹੋਣ ਜਾਂ ਫਿਰ ਉਹ ਭਾਜਪਾ ਦੇ ਆਪੋਜ਼ਿਟ ਖੜੇ ਹੋਣ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਆਨ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੀ ਐਨਡੀਏ ਦੀ ਮੀਟਿੰਗ ਤੇ ਨਾਲ ਉਧਰ ਬੈਂਗਲੁਰੂ ਦੇ ਵਿੱਚ ਉਹ ਵਿਰੋਧੀਆਂ ਦੀ ਮੀਟਿੰਗ। ਨਾਮ ਦੇ ਦਿੱਤਾ ਗਿਆ ਇੰਡੀਆ, ਯਾਨੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੰਡੀਆ ਵਰਸਸ ਐਨਡੀਏ ਦੇਖਾਂਗੇ। ਇਸੇ ਤੇ ਚਰਚਾ ਰਹੇਗੀ ਕਿਉਂਕਿ 38 ਵਰਸਸ 26, ਯਾਨੀ ਕਿ ਐਨਡੀਏ ਦੇ ਵਿੱਚ 38 ਦਲ, 26 ਵਿਰੋਧੀਆਂ ਵਾਲੇ ਪਾਸੇ। ਪਰ ਉਹ 38 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਹੀਂ। ਪੰਜਾਬ ਦੀ ਸਿਆਸਤ ਕਿੱਥੇ ਜਾਏਗੀ? ਤੇ ਉਧਰ 26 ਦੇ ਵਿੱਚ ਕੇਜਰੀਵਾਲ ਵੀ ਨੇ ਤੇ ਕਾਂਗਰਸ ਦੇ ਨਾਲ ਨੇ। ਪੰਜਾਬ ਦੀ ਸਿਆਸਤ ਕਿੱਧਰ ਜਾਏਗੀ, ਇਸੇ ਤੇ ਚਰਚਾ ਕਰਾਂਗੇ। ਤੇ ਮੇਰੇ ਨਾਲ ਮੌਜੂਦ ਰਹਿਣਗੇ ਦਿੱਲੀ ਤੋਂ ਸਾਡੇ ਸੀਨੀਅਰ ਪੱਤਰਕਾਰ ਨੇ ਅਮਨਪ੍ਰੀਤ ਕੌਰ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਮੈਮ। ਜੀ, ਸ਼ੁਕਰੀਆ ਬਹੁਤ ਬਹੁਤ। ਮੈਡਮ, ਕਿਵੇਂ ਦੇਖਦੇ ਹੋ? ਪਹਿਲਾਂ ਤਾਂ 38 ਵਰਸਸ 26, ਹਾਲੇ ਤੱਕ ਤਾਂ ਭਾਜਪਾ ਕੱਲੀ ਸਮਝ ਰਹੀ ਸੀ ਆਪਣੇ ਆਪ ਨੂੰ, ਉਹੀ ਲੀਡ ਕਰ ਰਹੀ ਸੀ। ਪਰ ਜਿਵੇਂ ਜਿਵੇਂ 2024 ਨੇੜੇ ਆ ਰਹੀਆਂ ਚੋਣਾਂ, ਉਵੇਂ ਉਵੇਂ ਸ਼ਾਇਦ ਭਾਜਪਾ ਕਹਿੰਦੀ ਕਿ ਨਹੀਂ ਹੁਣ ਇਕੱਠੇ ਰਲ ਕੇ ਲੜਨਾ ਹੈ। ਪਰ ਹਾਲੇ ਤੱਕ ਉਹ ਇਕੱਠੇ ਵਾਲਾ ਹਿਸਾਬ ਕਿਤਾਬ ਨਹੀਂ ਸੀਗਾ ਜੀ। ਦੇਖੋ, ਪਹਿਲਾਂ ਭਾਜਪਾ ਨੂੰ ਇਹ ਸੀਗਾ ਕਿ ਉਹ ਨੰਬਰ 1 ਹੈ ਔਰ ਉਹਦੇ ਲੈਵਲ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਇਸ ਟਾਈਮ ਤੇ ਖੜੀ ਨਹੀਂ ਹੈ, ਨਾ ਕੋਈ ਪੋਲੀਟੀਕਲ ਲੀਡਰ ਨਰਿੰਦਰ ਮੋਦੀ ਦੇ ਆਪੋਜ਼ਿਟ ਖੜਨ ਦੀ ਹਿੰਮਤ ਰੱਖ ਸਕਦਾ। ਪਰ ਜਦੋਂ ਤੋਂ ਤੁਸੀਂ ਦੇਖਿਆ ਕਿ ਸਾਰੀ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਕੇ ਉਹਨਾਂ ਨੇ ਆਪਣਾ ਇਕਜੁੱਟ ਹੋਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਪਟਨਾ ਦੇ ਵਿੱਚ ਰੈਲੀ ਕੀਤੀ ਹੈ, ਪਟਨਾ ਦੇ ਵਿੱਚ ਮੀਟਿੰਗ ਕਰਕੇ ਉਹ ਯੂਨਾਈਟ ਹੋਏ ਔਰ ਉਹਨਾਂ ਨੇ ਡਿਸੀਜਨ ਲੈ ਲਿਆ ਕਿ ਉਹ 2024 ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਮੋਦੀ ਸਰਕਾਰ ਦੇ ਆਪੋਜ਼ਿਟ ਇਕਜੁੱਟਤਾ ਦੇ ਨਾਲ ਇਲੈਕਸ਼ਨ ਲੜਨਗੇ ਔਰ ਭਾਜਪਾ ਰਹਿਤ ਸਰਕਾਰ ਇੰਡੀਆ ਨੂੰ ਦੇਣਗੇ। ਇਸੇ ਮੰਦੇ ਨਜ਼ਰ ਉਹਨਾਂ ਨੇ ਆਪਣੀ ਇੱਕ ਦੂਜੀ ਬੈਠਕ ਰੱਖੀ ਹੈ ਬੈਂਗਲੌਰ, ਜਿਹੜੀ ਅੱਜ ਹੋਈ ਹੈ, ਜਿਹਦਾ ਰਿਜ਼ਲਟ ਵੀ ਸਮਝ ਲਓ ਕਿ ਆ ਗਿਆ ਹੈ। ਉਹਨਾਂ ਨੇ ਪਹਿਲਾਂ ਜਿਹੜੀ ਉਹਨਾਂ ਦੀ ਪਟਨਾ ਵਿੱਚ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਥੋੜਾ ਜਿਹਾ ਡਾਮਾਡੋਲ ਸਿਚੁਏਸ਼ਨ ਸੀਗੀ, ਕਿਉਂਕਿ ਉਦੋਂ ਇੱਕ ਦੋ ਪੋਲੀਟੀਕਲ ਪਾਰਟੀਆਂ ਐਵੇਂ ਸੀਗੀਆਂ ਕਿ ਜਿਹੜੀਆਂ ਕਾਂਗਰਸ ਦੇ ਨਾਲ ਇੰਨੀਆਂ ਸਹਿਮਤੀ ਨਹੀਂ ਰੱਖ ਰਹੀਆਂ ਸੀਗੀਆਂ। ਪਰ ਕਿਉਂਕਿ ਜਿਹੜੀ ਉਹ ਕਾਲ ਸੀ ਮੀਟਿੰਗ ਦੀ, ਜਿਹੜੀ ਉਹ ਇਨਵੀਟੇਸ਼ਨ ਸੀਗਾ ਪਟਨਾ ਦਾ, ਉਹ ਨਿਤੀਸ਼ ਕੁਮਾਰ ਵੱਲੋਂ ਸੀਗਾ ਤੇ ਨਿਤੀਸ਼ ਕੁਮਾਰ ਦੇ ਇਨਵੀਟੇਸ਼ਨ ਨੂੰ ਨਾ ਤੇ ਕੇਜਰੀਵਾਲ ਨੇ ਠੁਕਰਾਇਆ ਸੀ ਤੇ ਨਾ ਮਮਤਾ ਬੈਨਰਜੀ ਨੇ ਠੁਕਰਾਇਆ ਸੀਗਾ। ਹਾਲਾਂਕਿ ਡੀ ਰਾਜਾ ਦੇ ਨਾਲ ਮਮਤਾ ਬੈਨਰਜੀ ਦੀ
भी थोड़ी सी खटपट नज़र आई उस मीटिंग ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਨੇ ਵੀ ਅਧਿਆਦੇਸ਼ ਨੂੰ ਲੈ ਕੇ ਕਿਉਂਕਿ ਕਾਂਗਰਸ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੀ ਸੀ ਦਿੱਲੀ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਮੀਟਿੰਗ ਤੇ ਅਟੈਂਡ ਕੀਤੀ ਪਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਰਹੇ ਤਾਂ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਬਹੁਤ ਪੋਜ਼ਿਟਿਵਲੀ ਉਹ ਲੋਕ ਅਨਾਉਂਸ ਕਰ ਰਹੇ ਸੀਗੇ ਕਿ ਮੀਟਿੰਗ ਦਾ ਨਿਕਲਿਆ ਉਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਕਿ ਸ਼ਾਇਦ ਕੇਜਰੀਵਾਲ ਅਗਲੀ ਵਾਲੀ ਮੀਟਿੰਗ ਦੇ ਵਿੱਚ ਨਹੀਂ ਜਾਵੇਗਾ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਦਿੱਲੀ ਵਾਲੇ ਅਧਿਆਦੇਸ਼ ਦੇ ਮਾਮਲੇ ਵਿੱਚ ਸਪੋਰਟ ਨਹੀਂ ਕੀਤਾ ਪਰ ਕਿਉਂਕਿ ਜਿੱਦਾਂ ਹੀ ਸਮਾਂ ਬੀਤਦਾ ਗਿਆ ਔਰ ਕੱਲ ਪਰਸੋਂ ਤੁਸੀਂ ਦੇਖਿਆ ਕਿ ਅਧਿਆਦੇਸ਼ ਦੇ ਮਾਮਲੇ ਵਿੱਚ ਖੜਗੇ ਸਾਹਿਬ ਨੇ ਆਪਣੀ ਕਲੀਅਰ ਕਰ ਦਿੱਤਾ ਕਿ ਉਹ ਦਿੱਲੀ ਦੇ ਵਿੱਚ ਦਿੱਲੀ ਦੀ ਗੱਲ ਵਿੱਚ ਅਧਿਆਦੇਸ਼ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਸਰਕਾਰ ਦੇ ਨਾਲ ਖੜੇ ਆ ਔਰ ਭਾਜਪਾ ਦੇ ਆਪੋਜ਼ਿਟ ਖੜੇ ਆ ਇਸੇ ਗੱਲ ਨੂੰ ਲੈ ਕੇ ਕੇਜਰੀਵਾਲ ਹੁਣ ਫੁੱਲ ਸਪੋਰਟ ਕਰਦੇ ਨਜ਼ਰ ਆਏ ਔਰ ਬੈਂਗਲੌਰ ਵਾਲੀ ਮੀਟਿੰਗ ਦੇ ਵਿੱਚ ਜਿੱਥੇ ਪਟਨਾ ਵਿੱਚ 16 ਜਿਹੜੇ ਪੋਲੀਟੀਕਲ ਦਲ ਸੀ ਪਹੁੰਚੇ ਸੀਗੇ ਉਹੀ ਹੁਣ ਵੱਧ ਕੇ 26 ਹੋ ਗਏ ਆ ਔਰ ਕਿਤੇ ਨਾ ਕਿਤੇ ਜਿਹੜੀਆਂ ਥੋੜੀਆਂ ਬਹੁਤੀਆਂ ਮਿਸਅੰਡਰਸਟੈਂਡਿੰਗ ਸੀਗੀਆਂ ਕੁਝ ਪੋਲੀਟੀਕਲ ਦਲ ਦੇ ਵਿੱਚ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅੱਜ ਉਹਨਾਂ ਨੇ ਮਿਲ ਕੇ ਇੱਕ ਵਿਪਕਸ਼ ਨੂੰ ਬਹੁਤ ਵਧੀਆ ਨਾਮ ਦੇ ਦਿੱਤਾ ਇੰਡੀਆ ਇੰਟਰਨੈਸ਼ਨਲ ਕਹਿ ਲਓ ਕਿ ਇੰਡੀਅਨ ਨੈਸ਼ਨਲ ਨਾਮ ਦੇ ਨਾਲ ਉਹਨਾਂ ਨੇ ਜਾਣਿਆ ਕਿ ਇੰਡੀਅਨ ਨੈਸ਼ਨਲ ਡੈਮੋਕ੍ਰੇਸੀ ਇਨਕਲੂਸਿਵ ਅਲਾਈਅੰਸ ਦੇ ਨਾਮ ਤੇ ਉਹ ਆਪਣੇ ਜਿਹੜੇ ਵਿਪਕਸ਼ ਦੀ ਪਾਰਟੀ ਹੈ ਉਹਨੂੰ एकजुट रखणगे ਉਹਦੇ ਵਿੱਚ ਉਹਨਾਂ ਨੇ ਇੰਡੀਆ ਦਾ ਸ਼ਬਦ ਜਿਹੜਾ ਆ ਉਹ ਮਤਲਬ ਔਰ ਡੈਮੋਕ੍ਰੇਸੀ ਦਾ ਜਿਹੜਾ ਸ਼ਬਦ ਆ ਇਹ ਦੋਨੋਂ ਸ਼ਬਦ ਜ਼ਰੂਰੀ ਸਾਰਿਆਂ ਦੀ ਜਿਹੜੀ ਸਹਿਮਤੀ ਸੀ ਇਹਨਾਂ ਦੋਨਾਂ ਸ਼ਬਦਾਂ ਤੇ ਹੋਈ ਕਿਉਂਕਿ ਡੈਮੋਕ੍ਰੇਸੀ ਨੂੰ ਲੈ ਕੇ ਹੀ ਉਹ ਵਿਪਕਸ਼ ਜਿਹੜਾ ਆ ਇਕਜੁੱਟ ਹੋਇਆ ਹੈ ਔਰ ਇੰਡੀਆ ਨਾਮ ਉਹਨਾਂ ਨੇ ਐਨਡੀਏ ਦੇ ਖਿਲਾਫਤ ਦੇ ਵਿੱਚ ਥੋੜਾ ਵਜ਼ਨਦਾਰ ਨਾਮ ਲੱਗਿਆ ਕਿਉਂਕਿ ਐਨਡੀਏ ਦੀ ਵੀ ਦੇਖੋ ਸਥਾਪਨਾ ਜਿਹੜੀ ਹੋਈ ਸੀਗੀ ਉਹ ਐਸੀ ਤਰ੍ਹਾਂ ਦੀ ਸਰਕਮਸਟੈਂਸਸ ਦੇ ਵਿੱਚ ਹੋਈ ਸੀ ਜਦੋਂ ਕਦੀ ਕਾਂਗਰਸ ਬਹੁਤ ਉੱਪਰ ਸੀਗੀ ਜਿਵੇਂ ਅੱਜ ਕੱਲ੍ਹ ਬੀਜੇਪੀ ਹੈਗੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਆਪੋਜ਼ਿਟ ਆਪਣੀਆਂ ਛੋਟੀਆਂ ਪਾਰਟੀਆਂ ਜਾਂ ਵੱਡੀਆਂ ਪਾਰਟੀਆਂ ਨੂੰ ਸਾਰੀਆਂ ਨੂੰ ਯੂਨਾਈਟ ਕੀਤਾ ਸੀਗਾ ਤੇ ਐਨਡੀਏ ਬਣਾਈ ਸੀਗੀ ਅੱਜ ਉਸੇ ਤਰਜ਼ ਤੇ ਉਸੇ ਫਾਰਮੂਲੇ ਤੇ ਇੰਡੀਆ ਦਾ ਜਿਹੜਾ ਸਥਾਪਨਾ ਸਮਝ ਲਓ ਹੋ ਗਈ ਹੈ ਅਮਨ ਮੈਡਮ ਕਿਵੇਂ ਦੇਖਦੇ ਹੋ ਨਾਮ ਇੰਡੀਆ ਮਤਲਬ ਕੀ ਹੁਣ ਹੋਰਡਿੰਗਸ ਦੇ ਵਿੱਚ ਇੰਡੀਆ ਵਰਸਸ ਪ੍ਰਧਾਨ ਨਰਿੰਦਰ ਮੋਦੀ ਲਿਖਿਆ ਜਾਏਗਾ ਇੰਡੀਆ ਵਰਸਸ ਐਨਡੀਏ ਲਿਖਿਆ ਜਾਏਗਾ ਤੁਹਾਨੂੰ ਲੱਗਦਾ ਕਿ ਜਿਹੜਾ ਨਾਮ ਇਹਨਾਂ ਨੇ ਰੱਖਿਆ ਵਾਕਈ ਉਹ ਕਿਤੇ ਨਾ ਕਿਤੇ ਇਮੋਸ਼ਨਲ ਟੱਚ ਦੇਣ ਵਾਸਤੇ ਵੀ ਤੇ ਬੜਾ ਸੋਚ ਸਮਝ ਕੇ ਮਤਲਬ ਨਾਮ ਕੱਢ ਕੇ ਲਿਆਏ ਨੇ ਬਿਲਕੁਲ ਦੇਖੋ ਇੱਕ ਤਾਂ ਗੱਲ ਹੁੰਦੀ ਕਿ ਨਾਮ 'ਚ ਕੀ ਰੱਖਿਆ ਪਰ ਕਿਤੇ ਨਾ ਕਿਤੇ ਨਾਮ ਵਿੱਚ ਹੀ ਸਭ ਕੁਝ ਰੱਖਿਆ ਤੁਸੀਂ ਇੰਡੀਆ ਨੂੰ ਜਦੋਂ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਤੇ ਲੋਕਾਂ ਦੇ ਮੂੰਹ ਤੇ ਇੰਡੀਆ ਕਿਉਂਕਿ ਸਾਡੇ ਦੇਸ਼ ਦਾ ਨਾਮ ਹੈ ਪਹਿਲਾਂ ਹੀ ਬਹੁਤ ਚੜਿਆ ਹੋਇਆ ਤੇ ਉਸ ਹਿਸਾਬ ਨਾਲ ਜਦੋਂ ਇੰਡੀਆ ਦੇ ਆਪੋਜ਼ਿਟ ਕੋਈ ਚੀਜ਼ ਅਸੀਂ ਰੱਖਾਂਗੇ ਕਿ ਜਦੋਂ ਐਨਡੀਏ ਨੂੰ ਕਹਿਣਗੇ ਕਿ ਇੰਡੀਆ ਦੇ ਆਪੋਜ਼ਿਟ ਹੈ ਜਾਂ ਫਿਰ ਇੰਡੀਆ ਐਨਡੀਏ ਦੇ ਆਪੋਜ਼ਿਟ ਹੈ ਤੇ ਲੋਕ ਆਟੋਮੈਟਿਕਲੀ ਜਿਹੜੇ ਆ ਇੰਡੀਆ ਨਾਲ ਕਨੈਕਟ ਹੋਣਗੇ ਔਰ ਕਿਤੇ ਨਾ ਕਿਤੇ ਕਿਉਂਕਿ ਦੇਸ਼ ਭਗਤੀ ਦਾ ਜਜ਼ਬਾ ਲੋਕਾਂ ਦੇ ਵਿੱਚ ਹੈ ਔਰ ਲੋਕ ਜਿਹੜੇ ਆ ਆਪਣੇ ਦੇਸ਼ ਦੀ ਜਿਹੜੇ ਪ੍ਰਤੀ ਉਹਨਾਂ ਦਾ ਪਿਆਰ ਹੈ ਸਤਿਕਾਰ ਹੈ ਉਹਨੂੰ ਸਭ ਤੋਂ ਜ਼ਿਆਦਾ ਉੱਪਰ ਰੱਖਦੇ ਆ ਸਭ ਤੋਂ ਜ਼ਿਆਦਾ ਮਾਣ ਦਿੰਦੇ ਆ ਤੇ ਉਹਦੇ ਆਪੋਜ਼ਿਟ ਮੈਨੂੰ ਲੱਗਦਾ ਐਨਡੀਏ ਵੀ ਖੜੀ ਨਹੀਂ ਹੋ ਪਾਏਗੀ ਮੈਡਮ ਕਿਆਸ ਰਹੀਆਂ ਸੀ ਸੁਖਵੀਰ ਬਾਦਲ ਜੀ ਨੂੰ ਨਿਯੋਤਾ ਆ ਗਿਆ ਤਿਆਰੀਆਂ ਨੇ ਹਾਲਾਂਕਿ ਮੰਤਰੀ ਮੰਡਲ ਦਾ ਵਿਸਤਾਰ ਹੋਣਾ ਹੈ ਜਾਂ ਸੁਖਬੀਰ ਬਾਦਲ ਜੀ ਸ਼ਾਇਦ ਮੰਤਰੀ ਮੰਡਲ 'ਚ ਚਲੇ ਜਾਣਗੇ ਜਾਂ ਹਰਸਿਮਰਤ ਕੌਰ ਬਾਦਲ ਦੁਬਾਰਾ ਉੱਥੇ ਜਾਣਗੇ ਬੜੀਆਂ ਕਿਆਸ ਰਹੀਆਂ ਲੱਗੀਆਂ ਤੇ ਲੱਗਿਆ ਵੀ ਕਿਉਂਕਿ ਐਨਡੀਏ ਦੀ ਮੀਟਿੰਗ ਸੀ 18 ਤਰੀਕ ਦੀ ਸਾਰਿਆਂ ਨੂੰ ਇੰਤਜ਼ਾਰ ਵੀ ਸੀ ਕਿਤੇ ਨਾ ਕਿਤੇ ਲੱਗਦਾ ਸੀ ਕਿ ਸ਼ਾਇਦ ਸੁਖਬੀਰ ਬਾਦਲ ਜੀ ਜਾ ਰਹੇ ਹੋਣਗੇ ਅੰਦਰਲੇ ਖਾਤੇ ਕੋਈ ਨਾ ਕੋਈ ਇਨਵੀਟੇਸ਼ਨ ਆਇਆ ਹੋਊ ਕੱਲ ਤੱਕ ਵੀ ਇਹੀ ਕਿਆਸ ਰਹੀਆਂ ਪਰ ਅੱਜ ਸਾਫ਼ ਹੋ ਗਿਆ ਕਿ ਐਨਡੀਏ ਦੀ ਜਿਹੜੀ ਅੱਜ 38 ਪਾਰਟੀਆਂ ਦੇ ਵਿੱਚ ਤਾਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਰਹੀ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਕਿੱਧਰ ਜਾ ਰਹੀ ਹੈ ਦੇਖिए ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਸਮਾਂ ਸੀ ਕਿ ਨੰਬਰ 1 ਪੋਲੀਟੀਕਲ ਪਾਰਟੀ ਸੀਗੀ ਔਰ ਸ਼ੁਰੂ ਤੋਂ ਲੈ ਕੇ ਜਦੋਂ ਦਾ ਪੰਜਾਬ ਬਣਿਆ ਉਦੋਂ ਤੋਂ ਹੀ ਇਸ ਪਾਰਟੀ ਨੂੰ ਬਹੁਤ ਬਹੁਮਤ ਮਿਲਦਾ ਆਇਆ ਸੀ ਪੰਜਾਬ ਵਿੱਚ ਖੈਰ ਸਿਚੁਏਸ਼ਨ ਬਦਲੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਆਏ ਉਦੋਂ ਤੋਂ ਉਹਨਾਂ ਦੇ ਜਿਹੜੇ ਕੰਮਕਾਰ ਦੀ ਸਥਿਤੀਆਂ ਬਦਲੀਆਂ ਪੰਜਾਬ ਦਾ ਜਿਹੜਾ ਹਿਸਾਬ ਕਿਤਾਬ ਸੀ ਬਹੁਤ ਵਿਗੜ ਗਿਆ ਕਹਿ ਲਓ ਕਿ ਇਹਨਾਂ ਨੂੰ ਲੱਗਿਆ ਕਿ ਮਤਲਬ ਲੋਕ ਜਿਵੇਂ ਬਹੁਤ ਇਹਨਾਂ ਨੂੰ ਖੁੱਲਾ ਸਮਰਥਨ ਦਿੰਦੇ ਸੀਗੇ ਔਰ ਅਕਾਲੀ ਦਲ ਨੂੰ ਚੁਣਦੇ ਸੀਗੇ ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਪਰਸੈਂਟੇਜ ਆਪਾਂ ਕਹਿ ਲਈਏ ਕਿ ਧਰਮ ਦਾ ਜਿਹੜਾ ਲੇਖਾ ਜੋਖਾ ਸੀ ਉਹ ਵੀ ਵਿੱਚ ਹਿਸਾਬ ਕਿਤਾਬ ਸੀ ਪੰਜਾਬ ਦੇ ਲੋਕ ਸੋਚਦੇ ਸੀਗੇ ਕਿ ਅਸੀਂ ਮਤਲਬ ਅਗਰ ਸਿੱਖੀ ਨੂੰ ਸਪੋਰਟ ਕਰਦੇ ਹਾਂ ਤਾਂ ਅਸੀਂ ਅਕਾਲੀ ਦਲ ਦੇ ਨਾਲ ਜਾਵਾਂਗੇ ਅਸੀਂ ਉਹਨਾਂ ਨੂੰ ਹੀ ਵੋਟ ਦੇਵਾਂਗੇ ਪਰ ਹੁਣ ਜਦੋਂ ਕਿ ਪੰਜਾਬ ਦੀ ਜਿਹੜੀ ਕੰਡੀਸ਼ਨ ਹੈ ਬਿਲਕੁਲ ਬਦਲੀ ਅਕਾਲੀ ਦਲ ਦੇ ਵੇਲੇ ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਬਹੁਤ ਵੱਡੇ ਜਿਹੜੇ ਫੇਰ ਬਦਲ ਦੇ ਨਾਲ ਸਰਕਾਰ ਬਦਲ ਕੇ ਰੱਖ ਦਿੱਤੀ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਜਿੱਥੇ
ਅਕਾਲੀ ਦਲ ਦਾ ਓਰੀਜਨ ਹੋਇਆ ਔਰ ਜਿੱਥੇ ਦੀ ਅਕਾਲੀ ਦਲ ਮੇਨ ਪਾਰਟੀ ਸੀਗੀ ਤੇ ਉੱਥੇ ਵੀ ਉਹਨਾਂ ਦੇ ਜਿਹੜੇ ਪੈਰ ਆ ਉਹ ਡਗਮਗਾ ਗਏ। ਇਹ ਦੇਖ ਕੇ ਜਿੱਥੋਂ ਇੱਕ ਵਾਰ ਇਹ ਵੀ ਟਾਈਮ ਸੀਗਾ ਕਿ ਭਾਜਪਾ ਦੇ ਨਾਲ ਉਹਨਾਂ ਦਾ ਅਲਾਈਅੰਸ ਹੋਇਆ ਸੀਗਾ, ਪਰ ਹੁਣ ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਪੰਜਾਬ ਦੇ ਵਿੱਚ ਇੰਨੀ ਅੱਛੀ ਨਹੀਂ ਹੈ। ਤੇ ਲੋਕ ਕਹਿ ਤਾਂ ਰਹੇ ਸੀਗੇ ਕਿ ਜਿਹੜੀ 18 ਤਰੀਕ ਨੂੰ ਐਨਡੀਏ ਦੀ ਦਿੱਲੀ ਵਿੱਚ ਮੀਟਿੰਗ ਹੋਣੀ ਹੈ ਜਿਹਦੇ ਵਿੱਚ 38 ਪੋਲੀਟੀਕਲ ਦਲ ਜਿਹੜੇ ਆ ਉਹ ਇਕੱਠਾ ਹੋਣਗੇ ਔਰ ਜਿਵੇਂ ਆਪੋਜੀਸ਼ਨ ਇੱਕ ਪਲੇਟਫਾਰਮ ਤੇ ਆਉਣ ਦੀ ਗੱਲ ਕਰ ਰਹੀ ਹੈ ਉਵੇਂ ਭਾਜਪਾ ਵਾਲੇ ਕਹਿ ਰਹੇ ਸੀ ਕਿ ਅਸੀਂ ਵੀ ਛੋਟੇ ਛੋਟੇ ਦਲਾਂ ਨੂੰ ਨਾਲ ਲੈ ਕੇ ਚੱਲਾਂਗੇ। ਤੇ ਉਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਯੋਤਾ ਜਾਏਗਾ, ਇਹ ਗੱਲ ਨਿਕਲ ਕੇ ਆ ਰਹੀ ਸੀਗੀ। ਉਸ ਦੇ ਨਾਲ ਹੀ ਓਪੀ ਰਾਜਭਰ ਜਿਹੜੇ ਯੂਪੀ ਦੇ ਹੈਗੇ ਉਹਨਾਂ ਨੂੰ ਔਰ ਜਿਵੇਂ ਚਿਰਾਗ ਪਾਸਵਾਨ ਲੋਜਪਾ ਦੇ ਹੈਗੇ ਆ ਉਹਨਾਂ ਨੂੰ ਵੀ ਇਨਵੀਟੇਸ਼ਨ ਗਿਆ। ਹੁਣ ਉਹ ਦੋਨੋਂ ਤੇ ਆਏ ਆ ਪਰ ਸੁਖਬੀਰ ਸਿੰਘ ਬਾਦਲ ਕਿਤੇ ਨਜ਼ਰ ਨਹੀਂ ਆਏ। ਤੇ ਹੋ ਸਕਦਾ ਕਿ ਜਿਹੜਾ ਨੱਡਾ ਸਾਹਿਬ ਦੀ ਜਿਹੜੀ ਸੋਚ ਆ ਉਹ ਬਦਲ ਗਈ ਹੋਵੇ ਆਪਣਾ ਅਕਾਲੀ ਦਲ ਨੂੰ ਲੈ ਕੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਜੋ ਪੋਜੀਸ਼ਨ ਹੈ ਉਸ ਹਿਸਾਬ ਨਾਲ ਲੈ ਕੇ, ਤੇ ਇਸ ਕਰਕੇ ਉਹਨਾਂ ਨੇ ਮੈਡਮ ਨੱਡਾ ਸਾਹਿਬ ਦੀ ਸੋਚ ਬਦਲੀ ਜਾਂ ਜਾਖੜ ਸਾਹਿਬ ਨੇ ਸੋਚ ਬਦਲ ਦਿੱਤੀ? ਹੋ ਸਕਦਾ ਦੇਖੋ, ਕਿਉਂਕਿ ਜਾਖੜ ਸਾਹਿਬ ਵੀ ਅਗਰ ਪੋਲੀਟੀਕਲ ਇੱਕ ਦੌਰ ਦੀ ਗੱਲ ਕਰੀਏ ਤੇ ਜਾਖੜ ਸਾਹਿਬ ਉਹ ਪੋਲੀਟੀਕਲ ਲੀਡਰ ਹੈਗੇ ਆ ਜਿਨ੍ਹਾਂ ਨੂੰ ਕਾਂਗਰਸ ਦੀ ਅਸੀਂ ਕਹਿ ਦਈਏ ਕਿ ਰੀੜ ਦੀ ਹੱਡੀ ਸੀਗੀ ਇੱਕ ਟਾਈਮ ਤੇ ਉਹਨਾਂ ਨੇ ਅਗਰ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਬਹੁਤ ਨਜ਼ਦੀਕੀ ਤੋਂ ਉਹਨਾਂ ਨੇ ਦੇਖਿਆ ਔਰ ਉਹਨਾਂ ਦੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਇੱਕ ਨਬਜ਼ ਤੋਂ ਜਾਣੂ ਹੈਗੇ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਹੈਗੀ ਆ। ਹੋ ਸਕਦਾ ਉਸ ਕਰਕੇ ਜੋ ਪੰਜਾਬ ਤੋਂ ਉਹਨਾਂ ਨੇ ਦੱਸਿਆ ਹੋਵੇ ਨੱਡਾ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਐਵੇਂ ਹੋ ਸਕਦਾ ਔਰ ਐਵੇਂ ਨਹੀਂ ਹੋ ਸਕਦਾ, ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦਿੱਤਾ। ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗੀ ਕਿ ਜਿਹੜੀ ਬੈਂਗਲੌਰ ਅੱਜ ਮੀਟਿੰਗ ਹੋਈ ਆ ਉੱਥੇ ਜ਼ਰੂਰ ਇਹ ਮੁੱਦਾ ਉਠਾਇਆ ਜਾ ਰਿਹਾ। ਹੋ ਸਕਦਾ ਉਹ ਪਹਿਲਾਂ ਜਿਵੇਂ ਕਿ ਉਹਨਾਂ ਨੇ ਅਕਾਲੀ ਦਲ ਨੂੰ ਦੂਰ ਹੀ ਰੱਖਿਆ ਸੀਗਾ ਤੇ ਹੋ ਸਕਦਾ ਅੱਗੇ ਜਾ ਕੇ ਉਹਨਾਂ ਨੂੰ ਪਹੁੰਚ ਕਰਨ ਔਰ ਉਹਨਾਂ ਨਾਲ ਅੱਗੇ ਅਲਾਈਅੰਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਨਾਲ ਹੀ ਨਾਲ ਉਹਨਾਂ ਨੇ ਟੀਡੀਪੀ ਬਾਰੇ ਵੀ, ਜਿਨ੍ਹਾਂ ਨੂੰ ਪਹਿਲਾਂ ਉਹਨਾਂ ਨੇ ਇਨਵੀਟੇਸ਼ਨ ਨਹੀਂ ਸੀ ਭੇਜਿਆ, ਉਹਦੇ ਬਾਰੇ ਵੀ ਅੱਜ ਜ਼ਿਕਰ ਹੋਇਆ। ਪਰ ਮੈਡਮ ਇੱਕ ਪਾਸੇ ਤੁਸੀਂ ਦੇਖੋ ਵੀ ਕੇਜਰੀਵਾਲ ਤੇ ਕਾਂਗਰਸ ਹੁਣ ਇਕੱਠੇ ਲੜਨਗੇ, ਯਾਨੀ ਕਿ ਪੰਜਾਬ ਦੀਆਂ 13 ਸੀਟਾਂ ਤੇ ਇੱਕ ਸਾਂਝਾ ਉਮੀਦਵਾਰ ਖੜਾ ਹੋਊਗਾ। ਆਮ ਆਦਮੀ ਪਾਰਟੀ ਤੇ ਮਤਲਬ ਹੁਣ ਆਮ ਆਦਮੀ ਪਾਰਟੀ ਨਾ ਕਹੀਏ ਇੰਡੀਆ ਦਾ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਦਾ ਇੱਕ ਸਾਂਝਾ ਉਮੀਦਵਾਰ ਖੜਾ ਹੋਣਾ, ਯਾਨੀ ਕਿ ਉਹਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਉਸੇ ਵਾਸਤੇ ਵੋਟ ਮੰਗੇਗੀ ਤੇ ਕਾਂਗਰਸ ਵੀ ਉਸੇ ਕੈਂਡੀਡੇਟ ਵਾਸਤੇ ਵੋਟ ਮੰਗਣਗੇ। ਤੁਹਾਨੂੰ ਨਹੀਂ ਲੱਗਦਾ ਕਿ ਔਖਾ ਹੋ ਜਾਣਾ ਇੱਥੇ ਪੰਜਾਬ ਦੀ ਸਿਆਸਤ ਕਰਨੀ? ਕਿਉਂਕਿ ਇੱਥੇ ਦਾ ਹਾਲਾਂਕਿ ਪੰਜਾਬ ਦੇ ਪੰਜਾਬ ਵਾਲਿਆਂ ਨੇ ਕਾਂਗਰਸ ਨੇ ਕਹਿ ਦਿੱਤਾ ਸੀ ਹਾਈ ਕਮਾਨ ਨੂੰ ਕਿ ਆਰਡੀਨੈਂਸ ਨੂੰ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਨਾ ਦਈਏ, ਆਪਦਾ ਕਲੀਅਰ ਰੱਖੀਏ ਸਟੈਂਡ। ਪਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਜਾਖੜ ਸਾਹਿਬ ਦੀ ਤਾਂ ਸ਼ਾਇਦ ਐਨਡੀਏ ਉੱਥੇ ਨੱਡਾ ਸਾਹਿਬ ਨੇ ਸੁਣ ਲਈ, ਪਰ ਇੱਥੇ ਵਾਲਿਆਂ ਦੀ ਸ਼ਾਇਦ ਰਾਹੁਲ ਗਾਂਧੀ ਜੀ ਨੇ ਨਹੀਂ ਸੁਣੀ। ਦੇਖੋ ਸੁਰਿੰਦਰ ਜੀ, ਅਗਰ ਅਸੀਂ ਗੱਲ ਕਰੀਏ ਤੇ ਜਿਹੜਾ ਆਪੋਜੀਸ਼ਨ ਨੇ ਇੱਕ ਪਲੇਟਫਾਰਮ ਤੇ ਆਇਆ ਜਾਂ ਫਿਰ ਉਹਨਾਂ ਨੇ ਅੱਜ ਇੰਡੀਆ ਜਿਹੜਾ ਇੱਕ ਆਪਣਾ ਸੰਗਠਨ ਬਣਾਇਆ, ਉਹ ਉਹਨਾਂ ਦੀ ਕੋਈ ਸ਼ੌਂਕ ਨਹੀਂ ਸੀ, ਉਹ ਉਹਨਾਂ ਦੀ ਮਜਬੂਰੀ ਹੈ ਬਹੁਤ ਵੱਡੀ। ਕਿਉਂਕਿ ਅਗਰ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਕੇ ਨਹੀਂ ਲੜਦੀਆਂ ਤੇ ਕਿਸੇ ਇੱਕ ਪੋਲੀਟੀਕਲ ਲੀਡਰ ਦੀ ਜਾਂ ਇੱਕ ਪੋਲੀਟੀਕਲ ਪਾਰਟੀ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਨਰਿੰਦਰ ਮੋਦੀ ਦੇ ਆਪੋਜ਼ਿਟ ਖੜੇ ਹੋਣ ਜਾਂ ਫਿਰ ਉਹ ਭਾਜਪਾ ਦੇ ਆਪੋਜ਼ਿਟ ਖੜੇ ਹੋਣ। ਕਿਉਂਕਿ ਭਾਜਪਾ ਨੇ ਪਿਛਲੇ 2 ਦਹਾਕਿਆਂ ਤੋਂ, ਜਿਵੇਂ ਤੁਸੀਂ ਦੇਖਿਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਔਰ ਭਾਜਪਾ ਨੇ ਜਿਵੇਂ 3 ਤੋਂ 300 ਪਲੱਸ ਤੱਕ ਗਏ ਆਪਣੀਆਂ ਸੀਟਾਂ ਦਾ, ਇਹਨਾਂ ਨੇ ਜਿਹੜਾ ਉਹਨਾਂ ਦੀ ਸੀਟਾਂ ਵਧੀਆਂ ਆ ਔਰ ਉਸ ਦੇ ਬਾਵਜੂਦ ਉਹਨਾਂ ਨੇ ਪ੍ਰਚਾਰ ਔਰ ਪ੍ਰਸਾਰ ਦੇ ਉੱਪਰ ਇੰਨਾ ਧਿਆਨ ਦਿੱਤਾ ਕਿ ਉਹ ਦੇਸ਼ ਵਿਦੇਸ਼ ਵਿੱਚ ਇੱਕ ਬਹੁਤ ਵੱਡੀ ਪੋਲੀਟੀਕਲ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਕੇ ਆਈ ਹੈ। ਇਸ ਕਰਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਆਈਆਂ, ਜਿਨ੍ਹਾਂ ਨੇ ਅੱਜ ਆਪਣੇ ਆਪ ਨੂੰ ਇੰਡੀਆ ਨਾਮ ਦੇ ਕੇ ਇੱਕ ਵਿਪਕਸ਼ ਤਿਆਰ ਕੀਤਾ 2024 ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ, ਉਹ ਉਹਨਾਂ ਦੀ ਮਜਬੂਰੀ ਆ ਬਹੁਤ ਵੱਡੀ। ਹੁਣ ਉਹਦੇ ਵਿੱਚ ਉਹਨਾਂ ਦੀਆਂ ਸਿਧਾਂਤਿਕ ਦੂਰੀਆਂ ਵੀ ਹੈਗੀਆਂ ਆ, ਉਹਦੇ ਵਿੱਚ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹਦੇ ਵਿੱਚ ਉਹ ਆਪਸ ਇੱਕ ਦੂਸਰੇ ਨਾਲ ਅਸਹਿਮਤੀ ਰੱਖਦੇ ਆ। ਪਰ ਇਹ ਉਹਨਾਂ ਦੀ ਮਜਬੂਰੀ ਸੀ ਔਰ ਇਦਾਂ ਹੀ ਉਹਨਾਂ ਨੂੰ ਕਰਨਾ ਪੈਣਾ ਸੀ ਕਿਉਂਕਿ ਉਹਨਾਂ ਦੇ ਕੋਲ ਸੈਕੰਡ ਆਪਸ਼ਨ ਹੈ ਹੀ ਕੋਈ ਨਹੀਂ ਹੈ। ਅਗਰ ਇਹ ਲੋਕ ਸੰਗਠਨ ਦੇ ਰੂਪ ਵਿੱਚ ਨਾ ਆਪੋਜੀਸ਼ਨ ਦੇ ਵਿੱਚ ਆਂਦੇ ਮੋਦੀ ਸਾਹਿਬ ਦੇ ਸਾਹਮਣੇ, ਤੇ ਇਹ ਕਿਤੇ ਨਾ ਕਿਤੇ ਖੜੇ ਨਹੀਂ ਹੋ ਸਕਦੇ ਸੀਗੇ। ਹਾਲਾਂਕਿ ਭਾਜਪਾ ਦੀ ਜਿਹੜੀ 2014 ਦੇ ਵਿੱਚ ਜਿਹੜੀ ਇਹਨਾਂ ਦੀ ਪੋਜੀਸ਼ਨ ਸੀਗੀ, ਜਾਂ ਫਿਰ ਅਸੀਂ ਕਹਿ ਲਈਏ ਕਿ 2014 ਤੋਂ ਬਾਅਦ ਜਦੋਂ ਭਾਜਪਾ ਆਪਣੀ ਸਰਕਾਰ ਵਿੱਚ ਆਈ ਹੈ, ਉਸ ਤੋਂ ਬਾਅਦ ਇਹਨਾਂ ਦੀ ਸੰਗਠਨ ਜਿਹੜਾ ਹੈ ਬਹੁਤ ਮਜ਼ਬੂਤ ਹੋਇਆ ਔਰ ਪੂਰੇ ਭਾਰਤ ਦੇ ਵਿੱਚ ਤੁਸੀਂ ਇਹ ਦੇਖੋ ਕਿ ਕਮ ਸੇ ਕਮ 21-22 ਸਟੇਟਾਂ ਇਦਾਂ ਦੀਆਂ ਸੀਗੀਆਂ ਜਿੱਥੇ ਭਾਜਪਾ ਦੀ ਸਰਕਾਰ ਸੀਗੀ। ਪਰ ਹੁਣ ਕਿਉਂਕਿ ਉਹ ਵਾਲੀ ਹੈਸੀਅਤ ਹੁਣ ਭਾਜਪਾ ਦੀ ਵੀ ਨਹੀਂ ਰਹਿ ਗਈ, ਜਿੰਨਾ ਜ਼ੋਰ ਭਾਜਪਾ ਦਾ ਪਿਛਲੇ 8-10 ਸਾਲ ਪਹਿਲਾਂ ਸੀਗਾ ਉਹ ਹੁਣ ਘਟਦਾ ਜਾ ਰਿਹਾ।
ਉਹਦੇ ਕਾਰਨ ਭਲੇ ਬਹੁਤ ਸਾਰੇ ਹੈਗੇ ਆ, ਪਰ ਹੁਣ ਤੁਸੀਂ ਦੇਖੋ ਕਿ ਕਮ ਸੇ ਕਮ 10 ਜਾਂ 11 ਸਟੇਟਸ ਇਦਾਂ ਦੀਆਂ ਹੈਗੀਆਂ ਜਿੱਥੇ ਭਾਜਪਾ ਦੀ ਸਰਕਾਰ ਹੈ। ਔਰ ਹੁਣ ਜਿਹੜੀਆਂ ਆਉਣ ਵਾਲੇ ਦਸੰਬਰ ਦੇ ਵਿੱਚ ਵੀ 2-3 ਸਟੇਟਸ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਭਾਜਪਾ ਖੜੀ ਨਹੀਂ ਰਹਿ ਪਾਏਗੀ। ਤਾਂ ਇਹ ਜਿਹੜੀ ਭਾਜਪਾ ਦੀ ਜਿਹੜਾ ਨੀਚੇ ਨੂੰ ਗ੍ਰਾਫ ਜਾ ਰਿਹਾ, ਔਰ ਇਹਦਾ ਵੀ ਥੋੜਾ ਜਿਹਾ ਪ੍ਰਭਾਵ ਪੈਂਦਾ ਕਿ ਕਿਤੇ ਨਾ ਕਿਤੇ ਵਿਪਕਸ਼ੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਸਟਰੋਂਗ ਤਾਂ ਹੋਣਾ ਪੈਣਾ ਹੀ ਸੀਗਾ, ਨਹੀਂ ਤਾਂ ਫਿਰ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਕਿਉਂਕਿ ਬੇਸ਼ੱਕ ਭਾਜਪਾ ਥੋੜੀ ਕਮਜ਼ੋਰ ਹੋਈ ਆ, ਪਰ ਫਿਰ ਵੀ ਬਾਕੀ ਵਿਪਕਸ਼ੀ ਦਲਾਂ ਨਾਲੋਂ ਹਾਲੇ ਵੀ ਸਟਰੋਂਗ ਹੈਗੀ ਆ। ਚਿਹਰਾ ਇੱਕ ਮੁੱਦਾ ਨਹੀਂ ਰਹੇਗਾ ਹਾਲੇ ਵੀ, ਕਿਉਂਕਿ ਅਮਨਪ੍ਰੀਤ ਜੀ ਇੱਧਰ ਤਾਂ ਨਰਿੰਦਰ ਮੋਦੀ ਦਾ ਚਿਹਰਾ ਬੋਲਦਾ ਹੈ, ਐਨਡੀਏ ਸਾਰੇ ਮੋਹਰ ਲਾ ਦੇਣਗੇ ਵੀ ਹਾਂ ਨਰਿੰਦਰ ਮੋਦੀ ਚਿਹਰਾ ਹੋਣੇ ਚਾਹੀਦੇ ਹੈ, ਤੇ ਬੰਦੇ ਵੀ ਨੇ, ਕਿਉਂਕਿ ਇਸ ਟਾਈਮ ਅਗਰ ਦੇਖਿਆ ਜਾਏ ਤਾਂ ਬੜਾ ਪਾਪੂਲਰ ਚਿਹਰਾ ਵੀ ਨੇ ਉਹ, ਚਾਹੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ, ਹਾਲਾਂਕਿ ਵਿਦੇਸ਼ਾਂ ਦੇ ਵਿੱਚ ਵੀ ਉਹ ਬੜੇ ਪਾਪੂਲਰ ਹੋਏ ਨੇ, ਉਹਨਾਂ ਨੇ ਉਸ ਤਰੀਕੇ ਨਾਲ ਆਪਦੀ ਸਾਖ ਬਣਾਈ ਹੋਈ ਹੈ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਹਾਲੇ ਤੱਕ ਚਿਹਰਾ ਕਿਹੜਾ ਹੈ? ਖੜਗੇ ਜੀ ਨੇ ਹਾਲਾਂਕਿ ਅੱਜ ਕਹਿ ਦਿੱਤਾ, ਕਹਿੰਦੇ ਸਾਡੇ 'ਚ ਮਤਭੇਦ ਬਹੁਤ ਨੇ, ਅਸੀਂ ਮੰਨਦੇ ਹਾਂ, ਪਰ ਅਸੀਂ ਇਕੱਠੇ ਹੋਏ ਹਾਂ ਸਿਰਫ ਸੱਤਾ ਵਾਸਤੇ ਨਹੀਂ, ਇਹ ਵੀ ਹਰਾਣ ਵਾਸਤੇ। ਕਿਵੇਂ ਦੇਖਦੇ ਹੋ? ਕਿਉਂਕਿ ਚਿਹਰਾ ਤਾਂ ਬਣਦਾ ਹੈ ਨਾ। ਅਗਰ ਇਹ ਕਹਿ ਦੇਣਾ ਕਿ ਅਸੀਂ ਸਾਡੇ ਵਾਸਤੇ ਸੱਤਾ ਨਹੀਂ, ਤਾਂ ਫਿਰ ਇਕੱਠੇ ਕਿਉਂ ਹੋਏ ਤਾਂ ਸੱਤਾ ਵਾਸਤੇ ਹੀ ਨੇ ਜੀ। ਬਿਲਕੁਲ, ਦੇਖੋ ਕਾਂਗਰਸ ਨੇ ਇੱਕ ਗੱਲ ਹੋਰ ਅੱਜ ਕਲੀਅਰ ਕਰ ਦਿੱਤੀ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਦੇ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈਗੀ। ਉਹਨਾਂ ਦਾ ਮਤਲਬ ਇਹ ਸੀਗਾ ਕਿ ਦੇਖੋ ਅਗਰ ਪਟਨਾ ਰੈਲੀ ਦੀ ਗੱਲ ਕਰੀਏ, ਪਟਨਾ ਮੀਟਿੰਗ ਦੀ ਗੱਲ ਕਰੀਏ, ਤੇ ਉਸ ਦਿਨ ਜਿਹੜਾ ਸਾਰਾ ਦਰੋਮਦਾਰ ਸੀਗਾ ਵਿਪਕਸ਼ ਦੀ, ਜਿਹੜੀ ਇਨਵੀਟੇਸ਼ਨ ਤੋਂ ਲੈ ਕੇ ਲੋਕਾਂ ਨੂੰ ਕਨਵਿੰਸ ਕਰਨਾ, ਪੋਲੀਟੀਕਲ ਲੀਡਰਸ ਨੂੰ ਆਪਣੇ ਨਾਲ ਲੈ ਕੇ ਚੱਲਣਾ, ਜਾਂ ਫਿਰ ਉਹਨਾਂ ਨੂੰ ਮਿਲਣਾ, ਜਾਂ ਫਿਰ ਇਹ ਜਿਹੜਾ ਸੰਗਠਨ ਬਣਾਉਣ ਦੀ ਗੱਲ ਹੈ ਉਹ ਉਹਨਾਂ ਦੇ ਸਾਹਮਣੇ ਰੱਖਣਾ, ਤੇ ਇਹ ਸਾਰਾ ਜ਼ਿੰਮਾ ਨਿਤੀਸ਼ ਕੁਮਾਰ ਔਰ ਸ਼ਰਦ ਪਵਾਰ ਨੇ ਆਪਣੇ ਮੁੰਡਿਆਂ ਤੇ ਸਾਰਾ ਭਾਰ ਸੰਭਾਲਿਆ ਸੀਗਾ। ਪਰ ਜਿਵੇਂ ਤੁਸੀਂ ਦੇਖਿਆ ਕਿ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਸੰਗਠਨ ਬਣਨ ਦੀ ਗੱਲ ਹੁੰਦੀ ਆ, ਇਹ ਨਹੀਂ ਕਿ ਪਹਿਲੀ ਵਾਰ ਇਦਾਂ ਹੋ ਰਿਹਾ, ਅਗਰ ਕੋਈ ਭਾਜਪਾ ਦੇ ਖਿਲਾਫਤ ਦੇ ਵਿੱਚ ਖੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਜ਼ਰੂਰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਸ ਤਰ੍ਹਾਂ ਹੀ ਹੋਇਆ ਕਿ ਐਨਸੀਪੀ ਦੇ ਵਿੱਚ ਦਰਾੜ ਪਈ, ਔਰ ਇਸ ਤਰ੍ਹਾਂ ਹੀ ਹੋਇਆ ਕਿ ਸ਼ਿਵ ਸੈਨਾ ਦੇ ਵਿੱਚ ਦਰਾੜ ਪਈ। ਉਹ ਵੀ ਇੱਕ ਫੈਮਿਲੀ ਦੇ ਵਿੱਚ ਦੋ ਬਟਵਾਰੇ ਹੋ ਗਏ, ਔਰ ਐਨਸੀਪੀ ਦੀ ਗੱਲ ਕਰੀਏ ਤੇ ਅਜੀਤ ਪਵਾਰ ਔਰ ਸ਼ਰਦ ਪਵਾਰ ਵੀ ਅਲੱਗ-ਅਲੱਗ ਹੋ ਗਏ। ਤੇ ਇਹ ਜਿਹੜਾ ਸਾਰਾ ਜਿਹੜਾ ਸਿਰਜਣਾ ਕੀਤੀ ਗਈ ਇੱਕ ਮਤਲਬ ਕ੍ਰੀਏਸ਼ਨ ਕਰੀ ਗਈ ਇੱਕ ਚੀਜ਼ ਦੀ, ਉਹ ਸਭ ਇਸੇ ਗੱਲ ਨੂੰ ਦੇਖਦੇ ਆ ਕਿ ਭਾਜਪਾ ਦੇ ਆਪੋਜ਼ਿਟ ਕੋਈ ਵੀ ਸਟਰੋਂਗ ਨਾ ਹੋ ਪਾਵੇ, ਚਾਹੇ ਉਹ ਕੋਈ ਪੋਲੀਟੀਕਲ ਲੀਡਰ ਹੋਵੇ, ਚਾਹੇ ਉਹ ਕੋਈ ਪੋਲੀਟੀਕਲ ਪਾਰਟੀ ਹੋਵੇ। ਇਸ ਤਰ੍ਹਾਂ ਪਹਿਲੀ ਵਾਰ ਤਾਂ ਹੋਇਆ ਨਹੀਂ ਹੈ। ਪਹਿਲਾਂ ਵੀ ਦੇਖੋ ਜਦੋਂ ਇੰਦਰਾ ਗਾਂਧੀ ਜੀ ਦੀ ਸਰਕਾਰ ਸੀ, ਕਾਂਗਰਸ ਇਸੇ ਮੁਕਾਮ ਤੇ ਸੀ ਜਿੱਥੇ ਹੁਣ ਭਾਜਪਾ ਖੜੀ ਹੈ, ਤੇ ਕਾਂਗਰਸ ਵੀ ਐਵੇਂ ਹੀ ਕਰਦੀ ਸੀਗੀ। ਯਾਦ ਕਰੋ ਤੁਸੀਂ 70 ਦਾ ਦਹਾਕਾ, ਜਦੋਂ ਐਮਰਜੈਂਸੀ ਲੱਗੀ ਸੀਗੀ, ਉਦੋਂ ਜਿਵੇਂ ਮੋਦੀ ਜੀ ਨੂੰ ਲੋਕ ਕਹਿੰਦੇ ਆ ਕਿ ਤਾਨਾਸ਼ਾਹੀ ਕਰਦੇ ਆ, ਜਾਂ ਫਿਰ ਭਾਜਪਾ ਨੂੰ ਕਹਿੰਦੇ ਆ ਕਿ ਛੋਟੇ ਛੋਟੇ ਦਲਾਂ ਨੂੰ ਕੁਝ ਸਮਝਦੇ ਹੀ ਨਹੀਂ ਆ, ਉਹਨਾਂ ਨੂੰ ਖਤਮ ਕਰਨ ਦੇ ਉਹਦੇ ਤੇ ਆਈ ਹੈ। ਬਿਲਕੁਲ ਇਹੀ ਜਿਹੜੀ ਸੋਚ ਸੀਗੀ ਉਹ ਇੰਦਰਾ ਗਾਂਧੀ ਵਾਸਤੇ ਜਾਂ ਕਾਂਗਰਸ ਵਾਸਤੇ ਵੀ ਸੀਗੀ। ਔਰ ਫਿਰ ਤੁਸੀਂ ਦੇਖਿਆ ਕਿ ਰਿਜ਼ਲਟ ਉਸ ਚੀਜ਼ ਦਾ ਇਹ ਆਇਆ ਕਿ ਸਾਰੇ ਦਲ ਮਿਲ ਕੇ ਇਕੱਠੇ ਆ ਗਏ, ਔਰ ਜਿਵੇਂ ਹੁਣ ਅੱਜ ਇੰਡੀਆ ਦੀ ਸਥਾਪਨਾ ਹੋਈ ਹੈ ਉਦੋਂ ਹੀ ਦੂਸਰਾ ਸੰਗਠਨ ਵੀ ਬਣਿਆ ਸੀਗਾ, ਔਰ ਵਾਕਈ ਉਹ ਇੰਦਰਾ ਗਾਂਧੀ ਨੂੰ ਹਰਾਉਣ ਵਿੱਚ ਕਾਮਯਾਬ ਹੋ ਗਏ ਸੀ। ਔਰ ਇੱਕ ਜ਼ਮਾਨਾ ਇਦਾਂ ਦਾ ਆ ਗਿਆ ਸੀ ਕਿ ਕਾਂਗਰਸ ਦੇ ਨੇ ਛੋਟੇ ਛੋਟੇ ਸੰਗਠਨ ਹੋ ਗਏ ਸੀ। ਕਾਂਗਰਸ ਦੇ ਤ੍ਰਿਣਮੂਲ ਕਾਂਗਰਸ, ਮਮਤਾ ਬੈਨਰਜੀ ਦੀ ਗੱਲ ਕਰੀਏ, ਉਹ ਵੀ ਦੇਖੋ ਕਾਂਗਰਸ ਚੋਂ ਨਿਕਲੀ ਹੋਈ ਹੈ। ਸ਼ਰਦ ਪਵਾਰ ਦੀ ਗੱਲ ਕਰੀਏ ਤਾਂ ਉਹ ਵੀ ਕਾਂਗਰਸ ਵਿੱਚੋਂ ਹੀ ਨਿਕਲੇ ਹੋਏ ਆ। ਤਾਂ ਕਾਂਗਰਸ ਦੇ ਇੰਨੇ ਛੋਟੇ ਛੋਟੇ ਟੋਟੇ ਹੋ ਗਏ ਸੀਗੇ ਕਿ ਇੱਕ ਕਾਰਟੂਨਿਸਟ ਨੇ ਕਾਰਟੂਨ ਵੀ ਬਣਾਇਆ ਸੀਗਾ ਕਿ ਇੰਦਰਾ ਗਾਂਧੀ ਮਾਈਕਰੋਸਕੋਪ ਦੇ ਨੀਚੇ ਦੇਖ ਰਹੇ ਆ ਕਿ ਕਾਂਗਰਸ ਦੇ ਕਿੰਨੇ ਛੋਟੇ ਛੋਟੇ ਟੁਕੜੇ ਹੋ ਗਏ। ਤੇ ਬਿਲਕੁਲ ਉਸੇ ਫਾਰਮੂਲੇ ਤੇ ਉਹੀ ਕਹਿੰਦੇ ਹੁੰਦੇ ਨਾ ਕਿ ਹਿਸਟਰੀ ਜਿਹੜੀ ਹੈ ਰਿਪੀਟ ਹੁੰਦੀ ਆ, ਉਹੀ ਚੀਜ਼ ਹੁਣ ਹੋ ਰਹੀ ਹੈ ਕਿ ਉਸੇ ਮੁਕਾਮ ਤੇ ਹੁਣ ਜਿਹੜੀ ਉਸੇ ਹੈਸੀਅਤ ਤੇ ਨਰਿੰਦਰ ਮੋਦੀ ਔਰ ਭਾਜਪਾ ਖੜੇ ਆ, ਔਰ ਉਸੇ ਤਰਜ਼ ਤੇ ਹੁਣ ਜਿਹੜਾ ਸਾਡਾ ਵਿਪਕਸ਼ ਆ ਉਹ ਸੰਗਠਿਤ ਹੋ ਕੇ ਸਾਹਮਣੇ ਆ ਰਿਹਾ। ਚਿਹਰੇ ਦੀ ਗੱਲ ਕਰੀਏ ਤਾਂ ਜਿੱਥੇ ਆਪਣੇ ਸਿਧਾਂਤਿਕ ਮਤਭੇਦ ਆ ਜਿਹੜੇ, ਉਹਨਾਂ ਨੂੰ ਅਲੱਗ-ਅਲੱਗ ਰੱਖ ਕੇ ਅਗਰ ਇਹ ਸਾਰੀਆਂ ਪਾਰਟੀਆਂ ਅੱਜ ਇੱਕ ਹੋ ਗਈਆਂ ਤੇ ਜ਼ਰੂਰ ਇਹ ਆਪਣੇ ਜਿਹੜਾ ਪੀਐਮ ਫੇਸ ਆ ਉਹਨੂੰ ਲੈ ਕੇ ਵੀ ਆਪਣੀ ਜਿਹੜੀ ਆ ਸਹਿਮਤੀ ਜਤਾਉਣਗੀਆਂ, ਕਿਉਂਕਿ ਇਹ ਇਹਨਾਂ ਦੀ ਮਜਬੂਰੀ ਆ ਔਰ ਇਹੀ ਇਹਨਾਂ ਦੇ ਕੋਲ ਆਪਸ਼ਨ ਆ। ਸੈਕੰਡ ਆਪਸ਼ਨ ਇਹਨਾਂ ਕੋਲ ਹੈ ਹੀ ਕੋਈ ਨਹੀਂ ਹੈ, ਕਿਉਂਕਿ ਅਗਰ ਅਗਲੇ ਸਾਲ ਵੀ ਬਹੁਤ ਸਾਰੇ ਜਿਹੜੇ ਪੋਲੀਟੀਕਲ ਸੋਚ ਰੱਖਦੇ ਆ, ਪੋਲੀਟੀਕਲ ਉਹਨਾਂ ਨੂੰ ਚੀਜ਼ਾਂ ਕਿਵੇਂ ਚੇਂਜ ਹੋ ਜਾਂਦੀਆਂ, ਕਿਵੇਂ ਹਿਸਟਰੀ ਕ੍ਰੀਏਟ ਹੋ ਜਾਂਦੀ ਆ, ਉਹਨਾਂ ਚੀਜ਼ਾਂ ਦੀ ਸਮਝ ਰੱਖਣ ਵਾਲੇ ਕਹਿ ਰਹੇ ਆ ਕਿ ਅਗਰ ਅਗਲੇ ਸਾਲ ਵੀ ਪੀਐਮ ਮੋਦੀ ਜਿਹੜੇ ਆ ਹੈਕਟਿਕ ਮਾਰ ਦਿੰਦੇ ਔਰ ਤੀਜੀ ਵਾਰ ਆਪਣੀ ਸਰਕਾਰ ਬਣਾਉਂਦੇ ਔਰ ਪ੍ਰਧਾਨ ਮੰਤਰੀ ਬਣਦੇ ਆ, ਤੇ ਸ਼ਾਇਦ ਉਹਦੇ ਤੋਂ ਬਾਅਦ ਕਦੀ ਵੀ ਭਾਰਤ ਦੇ ਵਿੱਚ ਇਲੈਕਸ਼ਨ ਹੀ ਨਾ ਹੋ ਪਾਣ, ਲੋਕਤੰਤਰ ਜਿਹੜਾ ਆ ਉਹ ਖਤਮ ਹੀ ਹੋ ਜਾਵੇ।
ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਜਿੱਥੇ ਸਾਰੇ ਪੋਲੀਟੀਕਲ ਦਲਾਂ ਨੇ ਇਸ ਗੱਲ ਤੇ ਸਹਿਮਤੀ ਬਣਾ ਲਈ ਆ ਕਿ ਚਾਹੇ ਉਹਨਾਂ ਦੀਆਂ ਸਿਧਾਂਤਿਕ ਦੂਰੀਆਂ ਆ, ਚਾਹੇ ਉਹਨਾਂ ਨੂੰ ਇੱਕ ਦੂਜੇ ਨਾਲ ਗਿਲੇ ਸ਼ਿਕਵੇ ਆ, ਪਰ ਫਿਰ ਵੀ ਉਹ ਸਾਰੀਆਂ ਚੀਜ਼ਾਂ ਭੁੱਲ ਕੇ ਅੱਜ ਇੱਕ ਪਲੇਟਫਾਰਮ ਤੇ ਆਏ ਆ, ਤਾਂ ਜ਼ਰੂਰ ਉਹ ਪੀਐਮ ਫੇਸ ਨੂੰ ਲੈ ਕੇ ਵੀ ਇੱਕ ਜਿਹੜਾ ਮੁੱਦਾ ਉਹਨੂੰ ਅੱਗੇ ਲੈ ਕੇ ਆਣਗੇ ਔਰ ਉਸ ਤੇ ਵੀ ਸਹਿਮਤੀ ਆਪਣੀ ਬਰਕਰਾਰ ਰੱਖਣਗੇ। ਮੈਡਮ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਐਨਸੀਪੀ ਦਾ ਜ਼ਿਕਰ ਕਰ ਦਿੱਤਾ, ਕਿਵੇਂ ਪਾੜਾ ਪੈ ਗਿਆ, ਸ਼ਿਵ ਸੈਨਾ ਦਾ ਵੀ ਜ਼ਿਕਰ ਕੀਤਾ, ਕਿਵੇਂ ਉੱਥੇ ਵੀ ਭਾਜਪਾ ਕਾਮਯਾਬ ਹੋਈ, 38 ਨੂੰ ਤਾਂ ਸਾਂਭ ਲਏਗੀ ਭਾਜਪਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ 26 ਉਹ ਸਾਹਮਣੇ ਬਹੁਤ ਔਖੇ ਹੋ ਜਾਣੇ, ਕਿਉਂਕਿ ਭਾਜਪਾ ਇਸ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿਤੇ ਨਾ ਕਿਤੇ ਉੱਤੋਂ ਕੋਈ ਖਿਡਾਰੀ ਇੱਧਰ ਆ ਸਕਦਾ? ਦੇਖੋ ਹੁਣ ਇਸ ਤਰ੍ਹਾਂ ਦੀ ਮਤਲਬ ਲੱਗ ਨਹੀਂ ਰਿਹਾ, ਕਿਉਂਕਿ ਹੁਣ ਜੇ ਅਗਰ ਉਹਨਾਂ ਨੇ ਆਣਾ ਹੁੰਦਾ ਤੇ ਉਹ ਆ ਜਾਂਦੇ। ਬਾਕੀ ਰਾਜਨੀਤੀ ਦੇ ਵਿੱਚ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ। ਤੁਹਾਨੂੰ ਪਤਾ ਕਿ ਰਾਤੋਂ ਰਾਤ ਇਸ ਤਰ੍ਹਾਂ ਹੋਇਆ ਸੀ ਕਿ ਅਸੀਂ ਸਾਰੇ ਸੁੱਤੇ ਸੀ, ਸਵੇਰੇ ਉੱਠ ਕੇ ਦੇਖਿਆ ਕਿ ਫਰਨਾਂਡਿਸ ਸੀਐਮ ਬਣ ਗਏ ਆ ਮਹਾਰਾਸ਼ਟਰ ਦੇ, ਔਰ ਜਿਹੜੇ ਅਜੀਤ ਪਵਾਰ ਹੈ ਉਹ ਡਿਪਟੀ ਸੀਐਮ ਬਣ ਗਏ ਆ। ਉਹੀ ਅਜੀਤ ਪਵਾਰ ਜਿਨ੍ਹਾਂ ਨੂੰ ਫਰਨਾਂਡਿਸ ਕਹਿ ਰਹੇ ਸੀਗੇ ਕਿ ਚੱਕੀ ਪੀਸਿੰਗ ਇੰਨਾ ਘੁਟਾਲਾ ਕਰਤਾ, ਉਹਨਾਂ ਨੂੰ ਅਸੀਂ ਜੇਲ੍ਹ ਦੇ ਅੰਦਰ ਪਾਵਾਂਗੇ ਔਰ ਉਹਨਾਂ ਨੂੰ ਇੰਨੀ ਸਜ਼ਾ ਦੇਵਾਂਗੇ ਕਿ ਸਾਰੀ ਉਮਰ ਚੱਕੀ ਪੀਸਦੇ ਰਹਿ ਜਾਣਗੇ। ਉਹਨਾਂ ਨੂੰ ਹੀ ਖੁਦ ਉਹਨਾਂ ਨੇ ਡਿਪਟੀ ਸੀਐਮ ਦੀ ਸਹੁੰ ਚੁਕਾਈ ਸੀ। ਔਰ ਹੁਣੇ 27 ਜੂਨ ਦੀ ਅਗਰ ਗੱਲ ਕਰੀਏ ਤੇ ਭੋਪਾਲ ਦੇ ਵਿੱਚ ਤੁਸੀਂ ਦੇਖਿਆ ਕਿ ਕੈਂਪਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੀ ਐਨਸੀਪੀ ਨੂੰ ਹੀ ਟਾਰਗੇਟ ਕਰਕੇ ਕਹਿ ਰਹੇ ਸੀਗੇ ਕਿ ਐਨਸੀਪੀ ਨੇ 70 ਕਰੋੜ ਦਾ ਘੁਟਾਲਾ ਕੀਤਾ ਹੈ ਔਰ ਇਦਾਂ ਦੀ ਜਿਹੜੀ ਘੁਟਾਲੇਬਾਜ਼ ਰਾਜਨੀਤਿਕ ਦਲ ਹੈ ਜਾਂ ਰਾਜਨੀਤਿਕ ਲੀਡਰ ਹੈਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ, ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ। ਔਰ ਸਜ਼ਾ ਕੀ ਦਿੱਤੀ ਕਿ ਹਫ਼ਤੇ ਦੇ ਅੰਦਰ ਅੰਦਰ ਹੀ ਉਹਨਾਂ ਨੇ ਫਿਰ ਆਪਣੀ ਪਾਰਟੀ ਵਿੱਚ ਉਹਨਾਂ ਦਾ ਵੈਲਕਮ ਕੀਤਾ ਔਰ ਉਹੀ 70,000 ਘੁਟਾਲੇ ਵਾਲੇ ਜਿਹੜੇ ਐਨਸੀਪੀ ਸੀ ਉਹਨਾਂ ਦੇ ਜਿਹੜੇ ਲੀਡਰ ਸੀਗੇ ਅਜੀਤ ਪਵਾਰ, ਉਹਨਾਂ ਨੂੰ ਦੁਬਾਰਾ ਡਿਪਟੀ ਸੀਐਮ ਬਣਾਤਾ। ਔਰ ਨਾ ਸਿਰਫ ਡਿਪਟੀ ਸੀਐਮ ਬਣਾਤਾ, ਉਹਨਾਂ ਨੂੰ ਮਹਾਰਾਸ਼ਟਰ ਦੇ ਫਾਈਨੈਂਸ ਮਿਨਿਸਟਰ ਵੀ ਬਣਾ ਦਿੱਤਾ। ਔਰ ਉਹ ਜਿਹੜੇ ਡਿਪਾਰਟਮੈਂਟ ਉੱਥੇ ਦੇ ਸੀਐਮ ਫਰਨਾਂਡਿਸ ਦੇ ਕੋਲ ਸੀਗੇ ਉਹ ਉਹਨਾਂ ਤੋਂ ਲੈ ਕੇ ਡਿਪਟੀ ਸੀਐਮ ਅਜੀਤ ਪਵਾਰ ਨੂੰ ਦੇ ਦਿੱਤੇ। ਤਾਂ ਤੁਸੀਂ ਇਹ ਦੇਖੋ ਕਿ ਕੁਝ ਵੀ ਹੋ ਸਕਦਾ ਪੋਲਿਟਿਕਸ ਦੇ ਵਿੱਚ ਤਾਂ। ਤੇ ਇਹਦੇ ਵਿੱਚ ਸਿਰਫ ਔਰ ਸਿਰਫ ਜਿੱਤ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਇਹਦੇ ਵਿੱਚ ਸਿਰਫ ਇਹ ਦੇਖਿਆ ਜਾਂਦਾ ਕਿ ਕਿਸੇ ਦੇ ਪਿੱਛੇ ਕਿੰਨੀਆਂ ਵੋਟਾਂ ਨੇ। ਹੁਣ ਤੁਸੀਂ ਇਹ ਦੇਖੋ ਕਿ ਓਪੀ ਰਾਜਭਰ ਜਿਹੜੇ ਅੱਜ ਜਿਹੜੀ ਐਨਡੀਏ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਨਵਾਈਟਡ ਸੀਗੇ ਔਰ ਉਹਨਾਂ ਨੂੰ ਇਹ ਕਿਆਸਕਾਈਆਂ ਵੀ ਲਗਾਈਆਂ ਜਾ ਰਹੀਆਂ ਕਿ ਥੋੜੇ ਦਿਨਾਂ ਵਿੱਚ ਉਹਨਾਂ ਨੂੰ ਕੋਈ ਮੰਤਰੀ ਵੀ ਬਣਾਇਆ ਜਾਵੇਗਾ। ਐਵੇਂ ਹੀ ਚਿਰਾਗ ਪਾਸਵਾਨ ਨੂੰ ਵੀ ਅੱਜ ਬੁਲਾਇਆ ਗਿਆ ਸੀਗਾ ਔਰ ਉਹਨੂੰ ਵੀ ਇਸ ਤਰ੍ਹਾਂ ਕਿਹਾ ਕਿ ਐਨਡੀਏ ਨੇ ਪ੍ਰੋਮਿਸ ਕੀਤਾ ਕਿ ਉਹਨੂੰ ਵੀ ਮੰਤਰੀ ਬਣਾਉਣਗੇ। ਔਰ ਚਿਰਾਗ ਪਾਸਵਾਨ ਦਾ ਤਾਂ ਨਜ਼ਰ ਆ ਰਿਹਾ ਕਿ ਉਹ ਤਾਂ ਪਿਛਲੇ ਇਲੈਕਸ਼ਨ ਵਿੱਚ ਤੁਸੀਂ ਦੇਖਿਆ ਕਿ ਜਦੋਂ ਬਿਹਾਰ ਦੇ ਵਿੱਚ ਇਲੈਕਸ਼ਨ ਸੀ ਤੇ ਉਹ ਕਹਿ ਰਹੇ ਸੀ ਕਿ ਮੈਂ ਤੇ ਮੋਦੀ ਜੀ ਦਾ ਹਨੂਮਾਨ ਹੈ, ਮੈਂ ਤੇ ਆਪਣਾ ਦਿਲ ਖੋਲ ਕੇ ਨਹੀਂ ਦਿਖਾ ਸਕਦਾ ਪਰ ਮੇਰੇ ਦਿਲ ਦੇ ਵਿੱਚ ਫੋਟੋ ਜਿਹੜੀ ਆ ਉਹ ਮੋਦੀ ਜੀ ਦੀ ਹੈ, ਚਾਹੇ ਉਹ ਮੇਰੇ ਤੇ ਵਿਰੋਧੀ ਪਾਰਟੀ ਦੇ ਵਿੱਚ ਹੈ, ਚਾਹੇ ਉਹ ਮੈਨੂੰ ਬੁਲਾਉਣ, ਚਾਹੇ ਉਹ ਮੈਨੂੰ ਆਪਣੀ ਪਾਰਟੀ 'ਚ ਇਨਵਾਈਟ ਕਰਨ ਨਾ ਕਰਨ। ਮਤਲਬ ਉਹ ਤਾਂ ਹਮੇਸ਼ਾ ਤੋਂ ਹੀ ਆਉਣਾ ਚਾਹੁੰਦੇ ਸੀਗੇ ਭਾਜਪਾ ਦੇ ਵਿੱਚ। ਪਰ ਓਪੀ ਰਾਜਭਰ ਦੀਆਂ ਅਗਰ ਤੁਸੀਂ ਪੁਰਾਣੀਆਂ ਸਪੀਚਸ ਸੁਣੀਆਂ ਹੋਣਗੀਆਂ ਤਾਂ ਉਹ ਤਾਂ ਕਹਿ ਰਹੇ ਸੀਗੇ ਕਿ ਮੋਦੀ ਵਰਗਾ ਝੂਠਾ ਬੰਦਾ ਤੇ ਕੋਈ ਸੰਸਾਰ ਵਿੱਚ ਹੀ ਹੈ ਨਹੀਂ। ਔਰ ਅੱਜ ਜਦ ਉਹਨਾਂ ਨੂੰ ਉੱਥੇ ਇਨਵਾਈਟ ਕੀਤਾ ਗਿਆ ਤੇ ਅੱਜ ਇੱਕ ਪੱਤਰਕਾਰ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਤੇ ਐਵੇਂ ਕਹਿ ਰਹੇ ਸੀ ਕਿ ਸਭ ਤੋਂ ਜਿਹੜਾ ਝੂਠਾ ਬੰਦਾ ਹੈ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਤੇ ਹੁਣ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੈ ਕਿ ਖੁਦ ਹੀ ਖੈਰ ਵੈਸੇ ਪਾਸਵਾਨ ਰਾਮਵਿਲਾਸ ਪਾਸਵਾਨ ਜੀ ਵਾਸਤੇ ਬੜਾ ਇਹ ਇੱਕ ਕਹਾਵਤ ਹਮੇਸ਼ਾ ਜੋ ਮਸ਼ਹੂਰ ਰਹੀ ਹੈ ਕਿ ਉਹ ਹਵਾ ਦਾ ਰੁੱਖ ਪਹਿਚਾਨ ਲੈਂਦੇ ਨੇ, ਉਹ ਉਧਰ ਹੀ ਚਲੇ ਜਾਂਦੇ ਨੇ, ਤਾਂ ਹੀ ਕਰਕੇ ਹਮੇਸ਼ਾ ਸੱਤਾ 'ਚ ਹੀ ਰਹੇ ਨੇ ਭਾਵੇਂ ਕਿਹੜੀ ਮਰਜ਼ੀ ਗਠਬੰਧਨ 'ਚ ਹੋਣ। ਜੀ ਦੇਖੋ ਕਈ ਲੋਕਾਂ ਨੂੰ ਇਹ ਹੁੰਦਾ ਕਿ ਪਾਰਟੀ ਮੈਟਰ ਨਹੀਂ ਕਰਦੀ, ਜਿਵੇਂ ਓਪੀ ਰਾਜਭਰ ਦੀ ਵੀ ਗੱਲ ਕਰ ਲਓ। ਪਹਿਲਾਂ ਦੇਖੋ ਜੋਗੀ ਸਰਕਾਰ ਦੇ ਨਾਲ ਜਦੋਂ ਜੋਗੀ ਸਰਕਾਰ ਪਹਿਲੀ ਆਈ ਹੈ ਨਾ ਉਦੋਂ ਓਪੀ ਰਾਜਭਰ ਭਾਜਪਾ ਦੇ ਨਾਲ ਸੀਗੇ, ਜਿੱਤੇ ਵੀ ਸੀਗੇ। ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਤੇ ਉਹਨਾਂ ਨੇ ਪਾਸਾ ਪਲਟ ਲਿਆ ਔਰ ਉਹ ਚਲੇ ਗਏ ਸਪਾ ਦੇ ਵਿੱਚ। ਜਦੋਂ ਅਖਿਲੇਸ਼ ਯਾਦਵ ਨੇ ਵੀ ਉਹਨਾਂ ਨੂੰ ਭਾਅ ਨਹੀਂ ਦਿੱਤਾ, ਕੁਝ ਬਣਾਇਆ ਨਹੀਂ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪਾਸਾ ਪਲਟ ਲਿਆ। ਇਸ ਲਈ ਨਿਤੀਸ਼ ਕੁਮਾਰ ਨੂੰ ਵੀ ਪਲਟੂ ਚਾਚਾ ਕਿਹਾ ਜਾਂਦਾ ਉਹਨਾਂ ਨੂੰ। ਉਹ ਵੀ ਹਮੇਸ਼ਾ ਇਸ ਤਰ੍ਹਾਂ ਕਰਦੇ ਕਿ ਦੇਖੋ ਜਿੱਤੇ ਸੀਗੇ, ਜਿੱਤਣ ਤੋਂ ਬਾਅਦ ਉਹ ਸੀਐਮ ਬਣਨ ਵਾਸਤੇ ਭਾਜਪਾ ਦੇ ਨਾਲ ਆ ਗਏ ਸੀਗੇ, ਬਟ ਉਹਦੇ ਵਿੱਚ ਉਹਨਾਂ ਦੀਆਂ ਆਪਸ ਵਿੱਚ ਮਤਭੇਦ ਹੋਏ ਔਰ ਜਾ ਕੇ ਉਹ ਆਰਜੇਡੀ ਨਾਲ ਮਿਲ ਗਏ, ਲਾਲੂ ਪ੍ਰਸਾਦ ਦੀ ਪਾਰਟੀ ਨਾਲ। ਤੇ ਇਸ ਕਰਕੇ ਇਹਨਾਂ ਲਈ ਸਿਰਫ ਇਹ ਮੈਟਰ ਕਰਦਾ ਕਿ ਅਸੀਂ ਆਪਣੀ ਸੀਟ ਜਿਹੜੀ ਆ ਉਹ ਕਿੱਥੇ ਬਚਾ ਸਕਦੇ ਹਾਂ, ਕਿੱਥੇ ਮੰਤਰੀ ਪਦ ਸਾਨੂੰ ਮਿਲ ਸਕਦਾ, ਉਸੇ ਪਾਰਟੀ ਵਿੱਚ ਚਲੇ ਜਾਂਦੇ। ਇਹਨਾਂ ਦਾ ਦੀਨ ਅਮਨ ਕੋਈ ਨਹੀਂ ਹੈ, ਇਹਨਾਂ ਦੇ ਸਿਧਾਂਤ ਕੋਈ ਨਹੀਂ ਹੈ। ਕਹਿਣ ਨੂੰ ਜ਼ਰੂਰ ਪੋਲੀਟੀਕਲ ਪਾਰਟੀਆਂ ਜਦੋਂ ਬਣਦੀਆਂ ਤੇ ਇੱਕ ਸਿਧਾਂਤ ਨੂੰ ਲੈ ਕੇ ਬਣਦੀਆਂ ਔਰ ਲੋਕਾਂ ਦੇ ਵਿੱਚ ਉਹ ਜਿੱਦਾਂ ਉਹ ਪਹਿਲਾਂ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਜਿਵੇਂ ਆਮ ਆਦਮੀ ਪਾਰਟੀ ਵੀ ਜਦੋਂ ਬਣੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਮ ਲੋਕਾਂ ਦੀ ਪਬਲਿਕ ਜਿਹੜੀ ਆਮ ਹੈ ਨਾਰਮਲ ਲੋਕ ਜਿਹੜੇ ਹੈਗੇ ਆ ਅਸੀਂ ਉਹਨਾਂ ਦੀ ਸਰਕਾਰ ਆ, ਅਸੀਂ ਵੀਆਈਪੀ ਕਲਚਰ ਨੂੰ ਨੋ ਕਹਿਣਾ ਆ, ਅਸੀਂ ਜਿਹੜੇ ਜ਼ੈਡ ਸਿਕਿਉਰਿਟੀ ਨਹੀਂ ਲੈਣੀ,
ਅਸੀਂ ਮਕਾਨ ਨਹੀਂ ਲੈਣੇ ਵੱਡੇ ਵੱਡੇ ਜਿਹੜੇ ਸੀਐਮ ਜਾਂ ਮੰਤਰੀ ਲੈਂਦੇ ਆ, ਔਰ ਅਸੀਂ ਜਿਹੜੇ ਕਾਫਲੇ ਵੱਡੇ ਵੱਡੇ ਚੱਲਦੇ ਸਿਕਿਉਰਿਟੀ ਵਾਲੇ ਉਹ ਨਹੀਂ ਨਾਲ ਚਲਾਣੇ, ਗੱਡੀਆਂ ਨਹੀਂ ਲੈਣੀਆਂ। ਪਰ ਹੁਣ ਤੁਸੀਂ ਦੇਖੋ ਕੇਜਰੀਵਾਲ ਦੇ ਖੁਦ ਦੇ ਜਿਹੜਾ ਸੀਐਮ ਦਾ ਹਾਊਸ ਹੈ ਉਹਦਾ 86 ਕਰੋੜ ਦਾ ਉਹਦਾ ਕਪਲਾ ਚੱਲਦਾ ਪਿਆ, ਉੱਥੇ ਦੀਆਂ ਗੱਲਾਂ ਚੱਲਦੀਆਂ ਪਈਆਂ ਕਿ ਉੱਥੇ ਇੱਕ ਕਰਟਨ ਜਿਹੜਾ ਉਹ 8-8 ਲੱਖ ਦਾ ਆ। ਤੇ ਇਹ ਸਾਰੀਆਂ ਗੱਲਾਂ ਸਿਰਫ ਜਦੋਂ ਤੱਕ ਸਰਕਾਰ ਬਣ ਨਹੀਂ ਜਾਂਦੀ, ਇਹ ਸਭ ਗੱਲਾਂ, ਇਹ ਸਭ ਸਿਧਾਂਤ, ਇਹ ਸਭ ਚੀਜ਼ਾਂ ਉਦੋਂ ਤੱਕ ਦੀਆਂ ਹੀ ਹੁੰਦੀਆਂ। ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਕੁਝ ਵੀ ਕਰ ਸਕਦੇ ਹਾਂ। ਕਿਸੇ ਵੀ ਪਾਰਟੀ ਦਾ ਤੁਸੀਂ ਦੇਖ ਲਓ, ਜਦੋਂ ਆਪੋਜੀਸ਼ਨ 'ਚ ਹੁੰਦੀ ਹੈ, ਸਮ੍ਰਿਤੀ ਇਰਾਨੀ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਸਿਲੰਡਰ 450-500 ਦਾ ਹੋਇਆ ਤਾਂ ਉਹ ਆਪਣੇ ਮੋਢੇ ਤੇ ਸਿਲੰਡਰ ਲੈ ਕੇ ਮੁਜ਼ਾਹਰੇ ਪ੍ਰਦਰਸ਼ਨ ਕਰਦੀ ਸੀ ਕਿ ਸਿਲੰਡਰ ਦਾ ਰੇਟ ਇੰਨਾ ਵੱਧ ਗਿਆ। ਹੁਣ ਸਿਲੰਡਰ 1250 ਦਾ ਆ, ਕਦੀ ਨਜ਼ਰ ਹੀ ਨਹੀਂ ਆਏ ਉਹ। ਜਦੋਂ ਦਾ ਭਾਜਪਾ ਦੇ ਦੌਰਾਨ ਹਮੇਸ਼ਾ ਹੀ ਸਿਲੰਡਰ 50-50 100 ਕਰਦੇ ਕਰਦੇ ਕਿੰਨਾ ਰੇਟ ਵੱਧ ਗਿਆ, 450 ਤੋਂ 1250 850 ਦਾ ਇਜ਼ਾਫਾ ਹੋ ਗਿਆ। ਉਸ ਦੇ ਬਾਵਜੂਦ ਵੀ ਕਦੀ ਕਿਸੇ ਨੇ ਸਮ੍ਰਿਤੀ ਇਰਾਨੀ ਨੂੰ ਇਸ ਚੀਜ਼ ਦਾ ਵਿਰੋਧ ਕਰਦਿਆਂ ਨਹੀਂ ਦੇਖਿਆ। ਯਾਨੀ ਕਿ ਵਿਰੋਧੀ ਪਾਰਟੀਆਂ ਹਮੇਸ਼ਾ ਸਮਝਦਾਰ ਰਹਿੰਦੀਆਂ ਤੇ ਸੱਤਾ 'ਚ ਆਉਂਦੇ ਹੀ ਉਹ ਜਿਹੜੀ ਵੀ ਸੱਤਾਧਾਰੀ ਪਾਰਟੀ ਹੈ ਉਹ ਅੱਖਾਂ ਬੰਦ ਕਰ ਲੈਂਦੀ ਹੈ ਜੀ। ਬਿਲਕੁਲ ਬਿਲकुल, ਉਹਨਾਂ ਨੂੰ ਲੋਕ ਨਜ਼ਰ ਹੀ ਨਹੀਂ ਆਉਂਦੇ, ਲੋਕਾਂ ਦੀਆਂ ਮੁਸ਼ਕਲਾਂ ਨਜ਼ਰ ਨਹੀਂ ਆਉਂਦੀਆਂ। ਇੱਥੇ ਕਮਜ਼ੋਰੀ ਸਾਡੀ ਆ, ਇੱਥੇ ਜਿਹੜਾ ਆਪਾਂ ਨੂੰ ਥੋੜਾ ਹੋਰ ਅਵੇਅਰ ਹੋਣਾ ਚਾਹੀਦਾ, ਸਾਨੂੰ ਹੋਰ ਵੀ ਜਾਗਰੂਕ ਹੋਣਾ ਚਾਹੀਦਾ ਆਪਣੇ ਅਧਿਕਾਰਾਂ ਦੇ ਲਈ। ਸਾਨੂੰ ਦੇਖਣਾ ਚਾਹੀਦਾ ਕਿ ਸੱਚੀ ਕਿਹੜੇ ਲੀਡਰਸ ਆ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ, ਸਾਨੂੰ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੀਦਾ। ਦੇਖੋ, ਲੋਕਾਂ ਦੇ ਵਿੱਚ ਬਹੁਤ ਤਾਕਤ ਹੈ, ਲੋਕਾਂ ਦੇ ਹੱਥਾਂ ਦੇ ਵਿੱਚ ਬਹੁਤ ਤਾਕਤ ਹੈ। ਇੱਕ ਵੋਟ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ। ਤੁਸੀਂ ਇਹ ਦੇਖੋ ਕਿ ਜਿਨ੍ਹਾਂ ਲੋਕਾਂ ਨੂੰ 5 ਸਾਲ ਲੋਕੀ ਜਿਹੜੇ ਐਮਐਲਏਜ਼ ਹੈ, ਮੰਤਰੀ ਹੈ, ਪ੍ਰਧਾਨ ਮੰਤਰੀ ਆ, ਗ੍ਰਹਿ ਮੰਤਰੀ ਆ, ਕਿਸੇ ਨੂੰ ਕੋਈ ਪੁੱਛਦਾ ਨਹੀਂ ਹੈ। ਤੇ ਤੁਸੀਂ ਇਹ ਦੇਖੋ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਸੀਐਮ ਵੀ ਦਲਿਤ ਦੇ ਲੋਕਾਂ ਦੇ ਘਰ ਜਾ ਕੇ ਖਾਣਾ ਖਾਂਦੇ ਦਿਖਾਏ ਜਾਂਦੇ ਆ। ਕੇਜਰੀਵਾਲ ਵੀ ਆਟੋ ਰਿਕਸ਼ਾ ਡਰਾਈਵਰ ਦੇ ਘਰ ਜਾ ਕੇ ਖਾਣਾ ਖਾਂਦੇ ਆ, ਉਹਨਾਂ ਨੂੰ ਇਨਵਾਈਟ ਕਰਦੇ ਆ। ਕੱਲ ਪਰਸੋਂ ਤੁਸੀਂ ਦੇਖਿਆ ਕਿ ਪਹਿਲਾਂ ਕਦੀ ਜਿਹੜੇ ਰਾਹੁਲ ਗਾਂਧੀ ਆ ਕਦੀ ਫੀਲਡ ਵਿੱਚ ਇੰਨਾ ਨਜ਼ਰ ਨਹੀਂ ਸੀ ਆਏ, ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਇੱਕਦਮ ਪੋਜੀਸ਼ਨ ਉਹਨਾਂ ਨੂੰ ਪੱਪੂ ਸਾਬਤ ਕਰ ਦਿੱਤਾ ਗਿਆ। ਉਹਨਾਂ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਪੈਦਲ ਚੱਲਣਾ ਸ਼ੁਰੂ ਕੀਤਾ, ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਔਰ ਹੁਣ ਥੋੜੇ ਦਿਨ ਪਹਿਲਾਂ ਉਹ ਹਰਿਆਣਾ ਦੇ ਇੱਕ ਗਾਉਂ 'ਚ ਗਏ ਸੀਗੇ, ਉੱਥੇ ਜਾ ਕੇ ਜਿਹੜੇ ਧਾਨ ਦੀ ਖੇਤੀ ਕਰਦੇ ਆ ਉਹਨਾਂ ਦੇ ਨਾਲ ਹੈਲਪ ਕਰਾ ਰਹੇ ਸੀ, ਔਰ ਉਹਨਾਂ ਨੂੰ ਇਨਵਾਈਟ ਵੀ ਕੀਤਾ ਆਪਣੇ ਘਰ ਵਿੱਚ ਲੰਚ ਵਾਸਤੇ। ਤਾਂ ਪੋਲੀਟੀਕਲ ਕਰੀਅਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਲੋਕਾਂ ਦੇ ਨਾਲ ਤੁਸੀਂ ਅਗਰ ਜੁੜਾਓ ਮਹਿਸੂਸ ਨਹੀਂ ਕਰੋਗੇ, ਲੋਕਾਂ ਦੇ ਜ਼ੁਬਾਨ ਦੇ ਉੱਪਰ ਤੁਹਾਡਾ ਅਗਰ ਨਾਮ ਨਹੀਂ ਆਏਗਾ ਤਾਂ ਲੋਕ ਤੁਹਾਨੂੰ ਵੋਟ ਨਹੀਂ ਦੇਣਗੇ। ਔਰ ਲੋਕ ਜਦੋਂ ਤੁਹਾਡੇ ਨਜ਼ਦੀਕ ਆਣਗੇ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਸਰਕਾਰ ਦੇ ਵਿੱਚ ਲੈ ਕੇ ਆਣਗੇ। ਇਹ ਸਾਰੇ ਲੀਡਰ ਵੀ ਸਮਝਦੇ ਆ। ਸ਼ਾਇਦ ਇਸੇ ਕਰਕੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਤਾਕਤ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਿਉਂਕਿ ਸਾਡਾ ਦੇਸ਼ ਲੋਕਤੰਤਰ ਹੈ ਤੇ ਤਾਕਤ ਸਾਡੇ ਹੱਥ ਵਿੱਚ ਆ, ਸਾਡੇ ਵੋਟ ਵਿੱਚ ਆ। ਸਾਨੂੰ ਉਹਦਾ ਇਸਤੇਮਾਲ ਬਹੁਤ ਹੀ ਸਮਝਦਾਰੀ ਤੋਂ, ਬਹੁਤ ਹੀ ਸੂਝ-ਬੂਝ ਤੋਂ ਕਰਨਾ ਚਾਹੀਦਾ। ਬਿਲਕੁਲ ਅਮਨਪ੍ਰੀਤ ਜੀ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਵਾ ਕਰਾਈ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤੇ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।